जी आए नूं प्यारे विद्यार्थियों। पंजाब स्टेट एजुकेशन बोर्ड की 6वीं जमात की अंग्रेज़ी की किताब माई इंग्लिश कंपेनियन उसका लैसन नंबर 8 वह सिरलेख है आई एम राइटिंग अ लैटर। इस वीडियो में असी इस लैसन का ट्रांसलेशन रीडिंग उच्चारण शब्दों के अर्थ करांगे। तो यह लैसन प्यारे बच्चियों एक कविता है जो मार्गरेट जी रोड्स नाम की जो बीबी है कवित्री है ਉਹਦੇ ਵੱਲੋਂ लिखी गई है। ਅੱਗੇ ਵਧਣ ਤੋਂ ਪਹਿਲੇ ਪਿਆਰੇ ਬੱਚਿਓ ਮੈਂ ਤੁਹਾਨੂੰ ਦੱਸ ਦਵਾਂ ਤੁਹਾਡੀ 6ਵੀਂ ਜਮਾਤ ਦੀ ਮੈਥ ਦੇ ਸਵਾਲ ਵੀ ਹੱਲ ਕਰਕੇ ਇਸੇ ਤਰੀਕੇ ਦੇ ਨਾਲ ਪਾਏ ਜਾ ਰਹੇ ਹਨ ਜੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਜਾ ਕੇ 6th ਮੈਥ ਦੀ ਪਲੇਲਿਸਟ ਤੇ ਜਾ ਕੇ ਤੁਸੀਂ ਸਵਾਲਾਂ ਨੂੰ ਦੇਖ ਸਕਦੇ ਹੋ। ਨਿਰੰਤਰ ਪਾਏ ਜਾ ਰਹੇ ਹਨ। ਇਸੇ ਤਰ੍ਹਾਂ ਜਿਹੜਾ ਤੁਹਾਡੇ ਲੈਸਨ ਤਿਆਰ ਹੋ ਰਹੇ ਨੇ ਅੰਗਰੇਜ਼ੀ ਦੇ ਇਸੇ ਤਰ੍ਹਾਂ 5ਵੀਂ ਦੇ 7ਵੀਂ ਦੇ ਤੇ 8ਵੀਂ ਦੇ ਵੀ ਤਿਆਰ ਕਰਕੇ ਪਾਏ ਜਾ ਰਹੇ ਹਨ। ਸੋ ਤੁਸੀਂ ਇਹੋ ਜਿਹੇ ਵਿਦਿਆਰਥੀਆਂ ਨੂੰ ਵੀ ਦੱਸੋ। ਤੇ 8ਵੀਂ ਦੇ 9ਵੀਂ ਦੇ 10ਵੀਂ ਦੇ ਮੈਥ ਦੇ ਸਵਾਲ ਸਾਰੇ ਹੱਲ ਕਰਕੇ ਪਾਏ ਜਾ ਚੁੱਕੇ ਹਨ। ਹੁਣ 8ਵੀਂ ਦੀ ਸਾਇੰਸ ਦੀ ਜੋ ਕਿਤਾਬ ਹੈ ਉਹਦੀ ਨੋਟਸ ਕੀਵਰਡਸ ਤੇ ਉਹਦੀ ਜੋ ਐਕਸਰਸਾਈਜ਼ ਹੈ ਉਹਦੇ ਵੀ ਹੱਲ ਕਰਕੇ ਪਾਏ ਜਾ ਰਹੇ ਹਨ। ਸੋ ਤੁਸੀਂ ਇਹੋ ਜਿਹੇ ਵਿਦਿਆਰਥੀਆਂ ਨੂੰ ਵੀ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਇਸ ਚੈਨਲ ਬਾਰੇ। ਤੇ 9ਵੀਂ 10ਵੀਂ ਦੀ ਜੋ ਆਪਣੀ ਹੈਗੀ ਹੈ ਸਾਇੰਸ ਉਹਦੇ ਨੂਮੈਰੀਕਲਸ ਵੀ ਹੱਲ ਕਰਕੇ ਪਾ ਦਿੱਤੇ ਗਏ ਹਨ। ਸੋ ਆਓ ਹੁਣ ਇਸ ਜਿਹੜੀ ਕਵਿਤਾ ਹੈ पोइट्री है उन्होंने शुरू करिए। वो रीडिंग वो प्रोनाउंसिएशन और ट्रांसलेशन वो उल्था तुसी अपनी नोटबुक लै लो बच्चों ते नाल दे नाल तुसी जिहड़ियां गल्लां ने वो सारियां नोट करी जानियां ने। I am writing a letter to send by the evening post. It is to the person I care for the most. देखो ना इदा राइमिंग की उन्होंने पोस्ट ते मोस्ट तुकबंदी जिन्होंने असी पोइट्री इंग्लिश में कहने राइमिंग ठीक है। वो कवित्री जी बीबी है कवि वो कहती आई एम राइटिंग अ लैटर मैं एक चिट्ठी लिखती पई हाँ। है तो हम सौखा सेंटेंस ही मैं अर्थ नहीं किया पंजाबी ठीक है ना लिखा नहीं। आई एम राइटिंग अ लैटर मैं एक चिट्ठी लिखती पई हाँ टू सेंड बाई दी इवनिंग पोस्ट शाम की डाक राही भेजन लई। टू सेंड मैंने भेजना बाय मैंने राही ਦੀ ਈਵਨਿੰਗ ਪੋਸਟ ਮੈਨੇ ਸ਼ਾਮ ਦੀ ਡਾਕ ਜਿੱਦਾਂ ਡਾਕੀ ਆਉਂਦੇ ਨੇ ਉਹ ਲੈਟਰ ਬਾਕਸ ਵਿੱਚੋਂ ਸਵੇਰ ਦੀ ਲੈ ਜਾਂਦੇ ਨੇ ਸ਼ਾਮ ਦੀ ਲੈ ਜਾਂਦੇ ਨੇ ਹੈ ਨਾ। ਸੋ ਇਸ ਤਰ੍ਹਾਂ ਮਤਲਬ ਕਿ ਉਹਨੂੰ ਕਹਿੰਦੇ ਸ਼ਾਮ ਦੀ ਡਾਕ ਰਾਹੀਂ। ਕਹਿੰਦੇ ਇਟ ਇਜ਼ ਟੂ ਦੀ ਪਰਸਨ ਇਹ ਉਸ ਇਨਸਾਨ ਨੂੰ ਹੈ ਦੀ ਪਰਸਨ ਖਾਸ ਕਹਿੰਦੇ ਉਸ ਇਨਸਾਨ ਨੂੰ ਮੈਂ ਲਿਖ ਰਹੀ ਹਾਂ ਆਈ ਕੇਅਰ ਫॉर ਦੀ ਮੋਸਟ। ਦੀ ਮੋਸਟ ਹੁੰਦਾ ਬੱਚੋ ਸਭ ਤੋਂ ਵੱਧ ਕੇਅਰ ਮੈਨੇ ਮਨ ਵਿੱਚ ਪਿਆਰ ਜਾਂ ਖਿਆਲ ਕਹਿੰਦੇ ਜਿਹਦੇ ਲਈ ਮੇਰੇ ਮਨ ਵਿੱਚ ਸਭ ਤੋਂ ਵੱਧ ਖਿਆਲ ਹੈ ਜਾਂ ਜਿਹਦੇ ਨਾਲ ਮੈਨੂੰ ਸਭ ਤੋਂ ਵੱਧ ਪਿਆਰ ਹੈ ਮੈਂ ਉਸ ਇਨਸਾਨ ਨੂੰ ਇਹ ਚਿੱਠੀ ਲਿਖ ਰਹੀ ਹਾਂ ਜਿਹੜੀ ਕਿ ਮੈਂ ਸ਼ਾਮ ਦੀ ਡਾਕ ਰਾਹੀਂ ਭੇਜਣਾ ਚਾਹੁੰਦੀ ਹਾਂ। ਠੀਕ ਹੈ ਆਓਗੇ ਚਲਿਏ ਹੁਣ। ਰਾਈਟ ਦੀ ਡੇਟ ਕਲੀਅਰਲੀ ਐਂਡ ਪੁੱਟ ਦੀ ਰਾਈਟ ਐਡਰੈਸ ਐਂਡ ਬਿਗਨ ਡੀਅਰੈਸਟ ਮੰਮੀ ਡਿਡ ਐਨੀਵਨ ਗੈਸ। ਇਹ ਦੇਖੋ ਇੱਥੇ ਐਡਰੈਸ ਤੇ ਗੈਸ ਇਹ ਰਾਈਮਿੰਗ हो गई है ठीक है। कहते आई राइट द डेट हम आई इतने इनू कहते इंप्लाइड मतलब कि अंडरस्टूड है लिखा नहीं होया पर अंडरस्टूड है। कहते मैं लैटर लिख रही हाँ तो कहती मैं राइट द डेट क्लीयरली मैं स्पष्ट मिति लिखती हाँ मिति मैंने डेट ठीक है ना तारीख मैं क्लीयरली साफ सुथरी बिल्कुल स्पष्ट करके तारीख लिखती हाँ। एंड पुट दी राइट एड्रैस राइट मैंने सही एड्रैस मैंने पता या सिरनामा सही सिरनामा पाँदी हाँ वो भी लिख दिंदी हाँ। एंड बिगिन ਅਤੇ ਸ਼ੁਰੂ ਕਰਦੀ ਹਾਂ ਤੇ ਸ਼ੁਰੂ ਕੀ ਕਰਦੇ ਹਾਂ ਡੀਅਰੈਸਟ ਮੰਮੀ ਮੇਰੀ ਸਭ ਤੋਂ ਪਿਆਰੀ ਮੰਮੀ ਉਹ ਸ਼ੁਰੂ ਕਰਤੀ ਤੇ ਕਹਿੰਦੇ ਡਿਡ ਐਨੀਵਨ ਗੈਸ ਕੀ ਕਿਸੇ ਨੂੰ ਅੰਦਾਜ਼ਾ ਸੀ। ਇਹ ਉਹਨੇ ਕਿਉਂ ਕਿਹਾ ਬੱਚਿਓ ਕਵੀ ਨੇ ਉਹਨੇ ਇਸ ਕਰਕੇ ਕਿਹਾ ਉਹ ਕਹਿੰਦੀ ਮੈਂ ਉਸ ਬੰਦੇ ਨੂੰ ਉਸ ਇਨਸਾਨ ਨੂੰ ਲਿਖ ਰਹੀ ਹਾਂ ਜਿਹਦੇ ਨਾਲ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ ਆਈ ਕੇਅਰ ਫॉर ਦੀ ਮੋਸਟ। ਤੇ ਕਹਿੰਦੇ ਹੁਣ ਤੁਸੀਂ ਉਹ ਸ਼ੁਰੂ ਕੀਤਾ ਕਹਿੰਦੇ ਹੁਣ ਜਦ ਮੈਂ ਸ਼ੁਰੂ ਕੀਤਾ ਕਿ ਡੀਅਰੈਸਟ ਮੰਮੀ ਤੇ ਕੀ ਕਿਸੇ ਨੂੰ ਅੰਦਾਜ਼ਾ ਸੀਗਾ ਕਿ ਉਹ ਮੇਰੀ ਮਾਂ ਹੈ ਜਿਹਦੇ ਲਈ ਮੇਰੇ ਮਨ ਵਿੱਚ ਸਭ ਤੋਂ ਵੱਧ ਦੁਨੀਆ ਵਿੱਚ ਪਿਆਰ ਹੈ। ਉਹ ਇਹ ਕਹਿਣਾ ਚਾਹੁੰਦੀ ਵੀ ਕਹਿੰਦੀ ਡਿਡ ਐਨੀਵਨ ਗੈਸ ਕਿ ਕਿਸੇ ਨੂੰ ਅੰਦਾਜ਼ਾ ਸੀਗਾ ਕਿ ਮੈਂ ਅੱਗੇ ਆ ਕੇ ਡੀਅਰੈਸਟ ਮੰਮੀ ਲਿਖਾਂਗੀ। ਪਹਿਲੇ ਤਾਂ ਉਹਨੇ ਕਿਹਾ ਕਿ ਆਮ ਰਾਈਟਿੰਗ ਅ ਲੈਟਰ ਹੈ ਇਟ ਇਜ਼ ਟੂ ਦਾ ਪਰਸਨ ਆਈ ਕੇਅਰ ਫॉर ਦੀ ਮੋਸਟ ਇਹ ਉਸ ਬੰਦੇ ਨੂੰ ਮੈਂ ਲਿਖ ਰਹੀ ਹਾਂ ਜਿਹਦੇ ਨਾਲ ਮੇਰੇ ਮਨ ਵਿੱਚ ਸਭ ਤੋਂ ਵੱਧ ਖਿਆਲ ਹੈ ਜਿਹਦੇ ਨਾਲ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ। ਫਿਰ ਕਹਿੰਦੀ ਮੈਂ ਸਾਫ਼ ਤਰੀਕ ਲਿਖ ਦਿੱਤੀ ਇੱਕਦਮ ਸਹੀ ਪਤਾ ਲਿਖ ਦਿੱਤਾ
तो मैं शुरू किया, मेरे सब तो सत्कारयोग बीजी, मेरे सब तो प्यारे माता जी। तो फिर कहती डिड एनी वन गैस, कि किसी ਨੂੰ ਅੰਦਾਜ਼ਾ ਸੀਗਾ कि वो मेरी माँ है ਜਿਹਦੇ ਨਾਲ ਮੈਨੂੰ ਸਭ ਤੋਂ ਵੱਧ ਪਿਆਰ ਹੈ। ਅੱਗੇ ਚਲੀਏ। My new pen travels slowly all down the long sheet because I am so anxious to keep it all neat। ਹੁਣ ਦੇਖੋ sheet ਤੇ neat, ਇਹ ਵੀ ਤੁਕਬੰਦੀ ਹੋ ਗਈ, ਰਾਈਮਿੰਗ ਹੋ ਗਈ ਹੈ ਨਾ। ਹੁਣ ਉਹ ਬੜੇ ਚਾਅ ਨਾਲ ਕਹਿੰਦੀ ਮੈਂ ਨਵੇਂ ਪੈਨ ਨਾਲ ਲਿਖਦੀ ਪਈ ਹਾਂ। My new pen travels slowly, ਮੇਰਾ ਪੈਨ ਨਵਾਂ ਹੈ ਤੇ ਹੌਲੀ ਹੌਲੀ ਤੁਰਦਾ ਹੈ, ਅਰਥਾਤ ਮੈਂ ਹੌਲੀ ਹੌਲੀ ਤੋੜਦੀ ਪਈ ਹਾਂ, ਬੜੇ ਧਿਆਨ ਨਾਲ ਸਹਿਜੇ ਸਹਿਜੇ ਪਿਆਰ ਨਾਲ ਲਿਖਦੀ ਪਈ ਹਾਂ। ਤੇ ਕਿੱਦਾਂ ਕਿੱਥੇ ਤੱਕ ਲਿਖਦੀ ਪਈ ਹਾਂ? ਆਲ ਡਾਊਨ ਦਾ ਲੌਂਗ ਸ਼ੀਟ, ਲੰਮੇ ਵਰਕੇ ਦਾ। ਲੌਂਗ ਸ਼ੀਟ ਮੈਨੇ ਵਰਕਾ, ਲੌਂਗ ਮੈਨੇ ਲੰਮਾ, ਲੌਂਗ ਸ਼ੀਟ ਮੈਨੇ ਲੰਮਾ ਵਰਕਾ। ਆਲ ਡਾਊਨ ਥੱਲੇ ਤਾਈਂ, ਧੁਰ ਤੱਕ, ਲੰਮੇ ਵਰਕੇ ਦੇ ਧੁਰ ਥੱਲੇ ਤਾਈਂ ਮੈਂ ਆਪਣੇ ਨਵੇਂ ਪੈਨ ਦੇ ਨਾਲ ਹੌਲੀ ਹੌਲੀ ਲਿਖਦੀ ਹਾਂ। ਕਿਉਂ ਹੌਲੀ ਹੌਲੀ ਕਿਉਂ ਲਿਖਦੀ ਹੈ? ਉਹ ਕਹਿੰਦੀ ਬਿਕੋਜ਼, ਕਿਉਂਕਿ ਆਈ ਐਮ ਸੋ ਐਂਕਸ਼ੀਅਸ, ਮੈਂ ਇਸ ਗੱਲ 'ਤੇ ਲਈ ਫਿਕਰਮੰਦ ਹਾਂ, ਮੈਨੂੰ ਇਸ ਗੱਲ ਦੀ ਚਿੰਤਾ ਹੈ, ਮੈਨੂੰ ਇਸ ਗੱਲ ਦੀ ਬੇਚੈਨੀ ਹੈ। ਕਿਸ ਗੱਲ ਦੀ? ਟੂ ਕੀਪ ਇਟ ਆਲ ਨੀਟ, ਕਿ ਜਿਹੜਾ ਮੈਂ ਇਹ ਕਾਰਜ ਕਰ ਰਹੀ ਹਾਂ ਚਿੱਠੀ ਲਿਖਣ ਦਾ, ਇਹ ਕੀਟੇ ਮੀਟੇ ਨਾ ਹੋਣ ਲੱਗਣ, ਇਹ ਸਾਰਾ ਟੂ ਕੀਪ ਇਟ ਆਲ ਨੀਟ, ਕਿ ਇਹ ਸਾਰਾ ਸਾਫ ਸੁਥਰਾ ਰਹੇ, ਵਧੀਆ ਵਧੀਆ ਮੋਤੀ ਪਰੋ ਕੇ, ਕਿਉਂਕਿ ਮੈਂ ਚਿੱਠੀ ਉਹਨੂੰ ਲਿਖ ਰਹੀ ਹਾਂ ਜਿਹਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਹਾਂ। ਅਤੇ ਮੈਂ ਨਵਾਂ ਪੈਨ ਲਿਆ ਅਤੇ ਮੈਂ ਹੌਲੀ ਹੌਲੀ ਲਿਖਦੀ ਪਈ ਹਾਂ ਅਤੇ ਥੱਲੇ ਤੱਕ ਲਿਖਦੀ ਪਈ ਹਾਂ। ਅਤੇ ਮੈਂ ਇਸ ਕਰਕੇ ਹੌਲੀ ਲਿਖਦੀ ਪਈ ਹਾਂ ਕਿ ਮੈਂ ਇਹ ਸਾਰਾ ਜਿਹੜਾ ਮੇਰਾ ਪ੍ਰੋਜੈਕਟ ਹੈ ਚਿੱਠੀ ਲਿਖਣ ਦਾ, ਇਹ ਪੇਜ ਨੂੰ, ਵਰਕੇ ਨੂੰ ਮੈਂ ਸਾਫ ਸੁਥਰਾ ਰੱਖਾਂ। ਆਓ ਅੱਗੇ ਚਲੀਏ। ਕਹਿੰਦੀ ਹੈ I carefully blot it to dry up the ink, such nice blotting paper, the color is pink। ਹੁਣ ਦੇਖੋ ਇੱਥੇ ਇੰਕ ਅਤੇ ਇੱਥੇ ਪਿੰਕ, ਰਾਈਮਿੰਗ ਹੋ ਗਈ। ਕਹਿੰਦੇ I carefully blot it, ਬਲੌਟ ਹੁੰਦਾ ਬੱਚਿਓ ਜਿਹੜੇ ਕਾਗਜ਼ ਨਹੀਂ ਹੁੰਦੇ, ਜਿਹੜੇ ਬਲੌਟਿੰਗ ਪੇਪਰ ਹੁੰਦਾ, ਜਿਹੜੇ ਅਸੀਂ ਕੇਵਲ ਸਿਆਹੀ ਨਾਲ ਲਿਖਦੇ ਹਾਂ। ਅੱਜ ਕੱਲ੍ਹ ਤਾਂ ਬੋਲ ਪੈਨ ਆ ਗਏ ਨੇ, ਪੁਰਾਣੇ ਜ਼ਮਾਨੇ 'ਚ ਕਿਉਂਕਿ ਇਹ ਪੁਰਾਣੀ ਕਵਿਤਾ ਹੈ, ਉਦੋਂ ਫਾਊਂਟੇਨ ਪੈਨ ਹੁੰਦੇ ਸੀ ਅਤੇ ਉਹ ਕਈ ਵਾਰ ਨਾ ਸਿਆਹੀ ਬਾਹਰ ਆ ਜਾਂਦੀ ਸੀ, ਡਿੱਗ ਜਾਂਦੀ ਸੀਗੀ। ਅਤੇ ਕਹਿੰਦੀ ਮੈਂ ਨਾਲ ਬਲੌਟਿੰਗ ਪੇਪਰ ਰੱਖਿਆ, ਜਿੱਥੇ ਵੀ ਜ਼ਿਆਦਾ ਸਿਆਹੀ ਆ ਜਾਂਦੀ ਹੈ ਮੈਂ ਧਿਆਨ ਨਾਲ ਸੋਖ ਦਿੰਦੀ ਹਾਂ ਉਹਨੂੰ, ਉਹ ਚੂਸ ਲੈਂਦਾ ਸਾਰਾ। ਮੈਂ ਧਿਆਨ ਨਾਲ ਸੋਖਦੀ ਹਾਂ, ਸੋਖਣਾ ਨਾਲ ਚੂਸਣਾ, ਉਹ ਪੇਪਰ ਜਿਹੜਾ ਹੈ ਬਲੌਟਿੰਗ ਪੇਪਰ ਸਿਆਹੀ ਨੂੰ ਚੂਸ ਲੈਂਦਾ। ਅਤੇ ਕਾਹਦੇ ਲਈ? ਕਹਿੰਦੇ ਟੂ ਡਰਾਈ ਅਪ ਦਾ ਇੰਕ, ਸਿਆਹੀ ਸੁਕਾਉਣ ਲਈ ਮੈਂ ਬੜੇ ਧਿਆਨ ਦੇ ਨਾਲ ਨਾਲ ਸੋਖੀ ਜਾਂਦੀ ਹਾਂ, ਵੀ ਜਿਹੜੀ ਕਿਤੇ ਵਾਧੂ ਦੀ ਸਿਆਹੀ ਡਿੱਗ ਜਾਂਦੀ ਪੇਪਰ 'ਤੇ ਉਹ ਵੀ ਨਾ ਲਵੇ, ਉਹਨਾਂ ਮਤਲਬ ਕਿ ਗੰਦਾ ਨਾ ਲੱਗੇ। ਕਹਿੰਦੇ ਸੱਚ ਨਾਈਸ ਬਲੌਟਿੰਗ ਪੇਪਰ, ਮੇਰਾ ਬਲੌਟਿੰਗ ਪੇਪਰ ਵੀ ਕਿੰਨਾ ਸੋਹਣਾ ਹੈ। ਦੀ ਕਲਰ ਇਜ਼ ਪਿੰਕ, ਅਤੇ ਉਹਦਾ ਰੰਗ ਗੁਲਾਬੀ ਹੈ। ਮੇਰੇ ਕੋਲ ਜਿਹੜਾ ਬਲੌਟਿੰਗ ਪੇਪਰ ਮੈਂ ਰੱਖਿਆ ਆਪਣੀ ਮਾਂ ਨੂੰ ਚਿੱਠੀ ਲਿਖਣ ਲਈ, ਉਹ ਵੀ ਬੜਾ ਵਧੀਆ ਹੈ, ਜਿਹਦੇ ਮੈਂ ਸਿਆਹੀ ਸੋਕਦੀ ਹਾਂ ਅਤੇ ਉਹਦਾ ਰੰਗ ਗੁਲਾਬੀ ਹੈ। ਆਓ ਅੱਗੇ ਚਲੀਏ। I turn the page over and on goes my pen till lastly come kisses, there's just room for 10। ਹੁਣ ਦੇਖੋ ਇੱਥੇ ਪੈਨ ਅਤੇ 10 ਆ ਗਿਆ ਨਾ, ਰਾਈਮਿੰਗ ਆ ਗਈ। ਮੈਂ ਬੱਚੇ ਤਾਂ ਤੁਹਾਨੂੰ ਦੱਸੀ ਜਾ ਰਿਹਾ, ਤੁਹਾਨੂੰ ਪਤਾ ਲੱਗੇ ਵੀ ਕਵਿਤਾ ਕਿੱਦਾਂ ਲਿਖੀ ਦੀ ਹੈ। ਨਾਲੇ ਹੋ ਸਕਦਾ ਅੱਗੇ ਐਕਸਰਸਾਈਜ਼ ਵਿੱਚ ਇੱਦਾਂ ਦੇ ਸਵਾਲ ਵੀ ਆਉਣ, ਕਹਿਣ ਵੀ ਰਾਈਮਿੰਗ ਵਾਲੇ ਵਰਡ ਕੱਢੋ ਕਵਿਤਾ 'ਚੋਂ, ਹੈ ਨਾ। ਸੋ ਅਸੀਂ ਇਹਦਾ ਧਿਆਨ ਲੈ ਕੇ ਇੰਜੋਏ ਕਰਕੇ ਪੜ੍ਹਨਾ। ਦੇਖੋ ਕਹਿੰਦੇ ਆਈ ਟਰਨ ਦਾ ਪੇਜ ਓਵਰ, ਟਰਨ ਓਵਰ ਹੁੰਦਾ ਬੱਚੋ ਪਲਟਣਾ, ਇੱਕ ਪਾਸੇ ਲਿਖ ਲਿਆ, ਹੁਣ ਦੂਜੇ ਪਾਸੇ ਲਿਖਦੀ ਹਾਂ। ਥੱਲੇ ਤੱਕ ਮੈਂ ਲਿਖ ਦਿੱਤਾ ਪੂਰਾ, ਹੁਣ ਮੈਂ ਦੂਜੇ ਪਾਸੇ ਲਿਖਦੀ ਪਈ ਹਾਂ। ਆਈ ਟਰਨ ਦਾ ਪੇਜ ਓਵਰ, ਮਤਲਬ ਉਤਲੇ ਪਾਸੇ ਨੂੰ ਮੈਂ ਥੱਲੇ ਕਰਤਾ ਅਤੇ ਥੱਲੇ ਵਾਲੇ ਪਾਸੇ ਨੂੰ ਉੱਪਰ ਕਰਤਾ, ਮੈਂ ਵਰਕਾ ਪਲਟਦੀ ਹਾਂ। ਐਂਡ ਔਨ ਗੋਜ਼ ਮਾਈ ਪੈਨ, ਅਤੇ ਮੇਰਾ ਪੈਨ ਹੁਣ ਤੁਰੀ ਜਾ ਰਿਹਾ, ਰੁਕਿਆ ਨਹੀਂ। ਉੱਤੋਂ ਦੀ ਥੱਲੇ ਤਾਈਂ ਮੈਂ ਵਰਕੇ ਦੇ ਆਲ ਡਾਊਨ ਦਾ ਲੌਂਗ ਸ਼ੀਟ ਮੈਂ ਲਿਖ ਲਿਆ, ਧੁਰ ਥੱਲੇ ਤਾਈਂ ਲਿਖ ਲਿਆ। ਹੁਣ ਮੈਂ ਵਰਕੇ ਨੂੰ ਪਲਟਿਆ ਅਤੇ ਮੇਰਾ ਹੁਣ ਪੈਨ ਇੱਥੇ ਵੀ ਤੁਰੀ ਜਾ ਰਿਹਾ ਹੈ। ਟਿਲ ਲਾਸਟਲੀ, ਅਤੇ ਅਖੀਰ ਤਾਈਂ, ਜਦੋਂ ਕੰਮ ਅਸਲੀ ਕਿਹੜਾ ਆ ਗਿਆ? ਕਿਸਿਸ। ਕਿਸ ਹੁੰਦੀ ਹੈ ਬੱਚਿਓ? ਪਾਰੀ, ਪੱਪੀ, ਹੈ ਨਾ। ਧੀਆਂ ਮਾਵਾਂ ਨਾਲ ਪਿਆਰ ਕਰਦੀਆਂ, ਪਾਰੀਆਂ ਕਰਦੀਆਂ। ਤਾਂ ਕਹਿੰਦੇ ਟਿਲ ਲਾਸਟਲੀ, ਜਦੋਂ ਅਖੀਰ ਤਾਈਂ, ਹੁਣ ਕਿਹਦਾ ਸਮਾਂ ਆ ਗਿਆ? ਹੁਣ ਪਾਰੀਆਂ ਦਾ ਸਮਾਂ ਆ ਗਿਆ। ਪਰ ਕਹਿੰਦੇ ਦੇਰ ਇਜ਼ ਜਸਟ ਰੂਮ ਫॉर 10। ਹੁਣ ਬੱਚੇ ਰੂਮ ਜਿਹੜਾ ਵਰਡ ਹੈ ਅੰਗਰੇਜ਼ੀ ਦਾ, ਇਹਦਾ ਰੂਮ ਦਾ ਮਤਲਬ ਤਾਂ ਇੱਕ ਹੁੰਦਾ ਕਮਰਾ, ਠੀਕ ਹੈ ਨਾ। ਰੂਮ ਦਾ ਮਤਲਬ ਕਮਰਾ ਵੀ ਹੁੰਦਾ ਅਤੇ ਰੂਮ ਦਾ ਮਤਲਬ ਥਾਂ ਵੀ ਹੁੰਦਾ। ਕਹਿੰਦੇ ਵੀ ਸਾਰੀ ਚਿੱਠੀ ਭਰ ਗਈ ਹੈ ਅਤੇ ਹੁਣ ਪਾਰੀਆਂ ਕਿੱਦਾਂ ਕਰਦੇ ਨੇ ਚਿੱਠੀ 'ਚ ਬੱਚੇ? ਉਹ ਕੀ ਕਰਦੇ ਨੇ, ਉਹ ਫਿਰ ਮੂੰਹ ਦੇ ਨਾਲ ਨਾ
इदा करके लिख देंगे, वो फिर कि वो बुल्लां दे निशान पै जाते हैं। तो एक किस्म का यह होंगे भी अपने प्यारे नूं जिद्दां असीं चिट्ठी लिखते हैं तो नाल किस कर दी, तो दूजे नूं पता लग जाता चिट्ठी लैन रिसीव करने वाले नूं, प्राप्त करने वाले नूं कि उन्हें मैनूं यह प्यार भेजिया है। तो अपनी माँ नूं चिट्ठी लिख रही है तो कहती हुण अखीर तक हुण अखीर दे वेले हुण पारियां दी थां आ गई है, पर उत्थे हुण पारियां देण लई थां सिर्फ 10 पारियां दी थां बची है, कल्लियां 10 पारियां दी थां। ठीक है। The envelope is ready. I put the stamp on and run to the post box, and now it has gone. The envelope is ready. I put the stamp on and run to the post box, and now it has gone. इत्थे देखो on ते gone, फिर राइमिंग आ गई। हुण कहंदी एनवलप, एनवलप हुंदा बच्चे लिफाफा, ठीक है ना, जे असीं ग्रीटिंग कार्ड पाने आ, फिर जां चिट्ठी लिख के वरके ते फिर फोल्ड करके 2-3 फोल्ड करके फिर लिफाफे च पा दिंदे, फिर गूंदां नूं बंद कर दिंदे, ਉਹਨੂੰ ਕਿਹਾ ਜਾਂਦਾ एनवलप। तो हैगी एपोस्ट्रॉफी, ਇਹਦਾ मतलब एनवलप ਦਾ नहीं है, यह शॉर्ट फॉर्म है, ਇਹਨੂੰ ਕੰਟਰੈਕਸ਼ਨ। ਇਹਨੂੰ ਜਦੋਂ ਖੋਲਾਂਗੇ तो बन जाएगा दी एनवलप इज़ रेडी, लिफाफा तैयार है, दी एनवलप इज़ रेडी, ਇਹਦਾ ਇਹ मतलब है पूरा। ठीक है। दी तो बोलन च सीधा बोल देंगे दी एनवलप्स रेडी, एनवलप्स रेडी, ਇਹਦਾ मतलब है दी एनवलप इज़ रेडी। हुण लिफाफा तैयार हो गया, चिट्ठी पूरी लिख ली है, पारियां कर दी हैं। ठीक है। आई पुट दी स्टैंप ऑन, ऑन मैंने ऊपर, किहदे उपर, लिफाफे के उत्ते, तो टिकट लगाई दी, डाक टिकट लगानी पैंदी है। कहते आई पुट दी स्टैंप ऑन, हुण मैं लिफाफे के उत्ते टिकट लाउनी हाँ। ठीक है। एंड रन टू दी पोस्ट बॉक्स, लैटर बॉक्स जो होंगे, पोस्ट बॉक्स जोड़े वो बच्चों इदा गोलाकार बेलनकार सिलेंडरीकल लिखे होंगे, लाल रंग के डब्बे ਵੱਡੇ जे लोहे के बने होंगे ने, है ना, उत्ते काले रंग की टोपी जी होंगी है, तो उत्ते वो एक खिड़की जी होंगी है ना, विंडो, वो असीं चिट्ठियां पाई दियां, वो थल्ले दरवाजा लगा होंगे, मूँह ताला लगा होंगे। जिसले असीं सारी चिट्ठियां पाने रहने तो डाकिया सवेरे आता, शामी आता, तो अपनी डाक लै जाता है, तो कहती मैं शाम की डाक राही भेजना चाहती हाँ, तो उन्होंने लगता है वो दोपहर लिखती पई है, तो उन्होंने लगता है कि डाकिया डाक ना कट लवे, तो रन करती है छेती, ताकि चाहती है कि यह चिट्ठी जी है शाम की डाक राही चली जाए। कहते एंड रन टू दी पोस्ट बॉक्स, पोस्ट बॉक्स वाल भजदी हाँ। ठीक है। एंड नाउ इट हैज़ गॉन, तो उत्थे भज के वो स्लॉट होंगी है, ओपनिंग होंगी है, खिड़की होंगी है, वो उन्हें पा दी। तो फिर बंदा कहना चिट्ठी पा के लो जी हुण चली गई। हुण क्यों चली गई, क्योंकि हुण चिट्ठी उस पै गई है। हुण तो डाकिया जद आएगा वो बोरे में सारिया चिट्ठियां भर लेगा, तो थां थां ही भेज देगा। तो एक बार चिट्ठी जो पोस्ट बॉक्स में पै गई, लैटर बॉक्स में पै गई, यदा मतलब चिट्ठी उस बंदे कोल हुण पहुँच गई। सो प्यारे विद्यार्थियों, ऐसी बड़ी वधिया कविता, बड़ी प्यारी कविता, जिहदे विच एक धी दे जज्बे जिहड़े ने अपनी मां लई वो दर्शाए गए। तो नाल ही मैं समझदा कि यह कविता तुहाडी किताब इस करके पाई है ताकि असीं चिट्ठी लिखण दा सभ्याचार भुलाइए ना। अज जमाना बेशक मोबाइल फोनां दा आ गया, व्हाट्सएप दा आ गया, पर बच्चों जो चिट्ठी लिखण दा आनंद है, जो चिट्ठी प्राप्त करने का आनंद है, वो थां कोई ईमेल, कोई व्हाट्सएप मैसेज, कोई टैलीग्राम या होर नहीं लै सकती। सो यह भी एक कला है, चिट्ठी लिखनी भी कला हैगी है, तो सानू यह सारी चिट्ठियां लिखण की आदत जिहड़ी है गवानी नहीं चाहिए। सो सानू कदी ना कदी यह जिहड़ा इस ढंग दे नाल मैं सोचदा किताब दे विच लैसन पाउण दा शायद जिहड़े माहर लोग ने एजुकेशन डिपार्टमेंट विच उन्होंने बड़ा चंगा कीता है कि यह कविता चुनी है। ਇਹਦੇ ਨਾਲ ਸਾਡੇ ਜਿਹੜੀ ਨਵੀਂ ਪੀੜ੍ਹੀ ਆਉਣ ਵਾਲੀ ਉਹਨੂੰ ਪਤਾ ਲਵੇ ਕਿ ਇਹ ਵੀ ਸਾਡੇ ਸੱਭਿਆਚਾਰ ਦਾ ਇੱਕ ਅੰਗ ਹੈ, चिट्ठी लिखनियाँ तो चिट्ठियाँ पढ़नियाँ तो चिट्ठियाँ रिसीव करके भी सामभ के रखनियाँ। सो यह बच्चों गल जी हैगी है वो फोन तो कई बार हैंग हो गया या डिलीट हो गया सारा, वो रह ही नहीं जाता रिकॉर्ड। पर देखो पुराने बंदे कई दहाकियां दियां किन्नी पुरानियां चिट्ठियां सामभ के रखते होंगे सी अपने प्यारियां दियां। सो सानू चाहिए कि इस सभ्याचार में असीं सुरजीत रखिए। सो खैर प्यारे बच्चों, वो तो गल खैर वक्री हो गई, पर जिथे तक तुहाडे लैसन का संबंध सीगा, मैं आस करदा कि इस वीडियो राही तुसीं इस सारी कविता नूं किवें पढ़ना है, किवें उच्चारण करना है, इस कविता का भाव की सीगा, इहदे विच आ जिहड़े शब्द सी उहदे अर्थ सी वो सारे चंगी तरह समझ रहे होणगे। सो तुसीं इसी तरह डट के मेहनत करते रहो, पढ़ाई अपनी करते रहो तो कामयाबी दीयां नवीआं तो नवीआं बुलंदियां छूंदे रहो। तुहाडा सारिआं दा बहुत बहुत धन्नवाद। रब रखा। थैंक यू वेरी मच। गॉड ब्लैस यू ऑल।